ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਸਤਿਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਦੇ ਉੱਪਰ ਨਾਮ ਜਸ ਸੱਚ ਦਾ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਵਡਿਆਈ ਦਾ ਲਾਹਾ ਲੈ ਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸਤਿਗੁਰਾਂ ਦੀ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਇਲਾਹੀ ਅੰਮ੍ਰਿਤ ਦਾ ਖਜ਼ਾਨਾ ਇਸ ਸੰਸਾਰ ਦੇ ਵਿੱਚ ਲਿਆ ਕੇ ਕੂੜ ਦੇ ਹਨੇਰੇ ਦੇ ਵਿੱਚ ਗਿਆਨ ਦਾ ਚਾਨਣ ਕੀਤਾ। ਗਿਆਨ ਦੇ ਚਾਨਣ ਦੇ ਨਾਲ ਬਲਦੀ ਹੋਈ ਅਗਨ ਦੇ ਵਿੱਚ ਜੋ ਠੰਡ ਪਾਈ ਹੈ, ਵਰਤਾਈ ਹੈ, ਆਪਾਂ ਸਾਰਿਆਂ ਨੇ ਆਪ ਦੇ ਮਨ ਨੂੰ ਇਸ ਭਵਜਨ ਦੇ ਵਿੱਚੋਂ ਕੱਢਣ ਦੇ ਲਈ ਉਸ ਨਾਮ ਸੱਚ ਦੇ ਖਜ਼ਾਨਿਆਂ ਦਾ ਲਾਹਾ ਲੈਣਾ ਹੈ। ਲਾਹਾ ਸੰਸਾਰ ਦੇ ਵਿੱਚ ਕੇਵਲ ਤੇ ਕੇਵਲ ਗੁਰਬਾਣੀ ਹੈ, ਕਿਉਂਕਿ ਇਸ ਸੰਸਾਰ ਦੇ ਵਿੱਚ ਜੋ ਅਗਨ ਦੀਆਂ ਹਵਾਵਾਂ ਚੱਲ ਰਹੀਆਂ ਨੇ, ਕੂੜ ਦਾ ਰਾਜ ਫੈਲ ਰਿਹਾ ਹੈ। ਇਸ ਰਾਜ ਨੂੰ ਕੱਢਣ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਕਲ ਧਰਤੀ ਠਾਠਾ ਹਰ ਨਾਮ ਦੀ ਠੰਡਕ ਹੀ ਇਸ ਧਰਤੀ ਕਾਲ ਦੇ ਵਿੱਚੋਂ ਸਾਨੂੰ ਬਚਾ ਸਕਦੀ ਹੈ। ਹੁਣ ਉਹ ਨਾਮ ਦੀ ਸਾਰੀ ਵਡਿਆਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਪ੍ਰਗਟ ਕਰਕੇ ਸਮਝਣ ਬੁੱਝਣ ਕੀਤੀ ਹੈ। ਆਓ ਜੋ ਭਾਈ ਸਾਹਿਬ ਉਹਨਾਂ ਨੇ ਵਚਨ ਕੀਤੇ, ਜੋ ਪਿਛਲੇ ਦਿਨਾਂ ਤੋਂ ਗੁਰਬਾਣੀ ਗੁਰੂ ਦੀ ਲੜੀ ਵਿਆਖਿਆ ਚੱਲ ਰਹੀ ਹੈ, ਆਪਾਂ ਸਾਰੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀ ਦੇ ਅਮਰਮਈ ਵਚਨ ਦੀ ਸਾਰੇ ਵਿਚਾਰ ਕਰੀਏ ਜੀ। ਜੋ ਹੁਕਮ ਹੋਇਆ ਹੈ ਅੰਗ 110 ਤੋਂ ਮਾਝ ਰਾਗ ਦੇ ਵਿੱਚ ਜੋ ਸ਼ਬਦ ਵਿਚਾਰ ਕਰਨ ਦੀ ਹੁਕਮ ਹੋਈ ਹੈ, ਆਓ ਪਹਿਲਾਂ ਆਪਾਂ ਸ਼ਬਦ ਦੇ ਬਾਰੇ ਦੀ
ਗੁਰਬਾਣੀ ਦੇ ਰਾਹੀਂ ਵਿਚਾਰ ਸੁਣੀਏ। ਉਸ ਤੋਂ ਉਪਰੰਤ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਰਤਨ ਚੁਗਣ ਦੇ ਲਈ ਭਜਨ ਕਰਾਂਗੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਪਈੜੇ ਸੁਖ ਦਾਤਾ ਜਾਤਾ ਹਉਮੈ ਮਾਰ ਗੁਰ ਸਬਦੇ ਪਛਾਤਾ ਸੇਜ ਸੁਹਾਵੀ ਸਦਾ ਪਿਰ ਰਾਵੈ ਸੱਚ ਸਿਗਾਰ ਬਣਾ ਬਣਿਆ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਗੁਰਬਾਣੀ ਗੁਰੂ ਦੇ ਵਿੱਚ, ਮਾਝ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਮਝਾਉਣ ਦਾ, ਰਤਨਾਂ ਦਾ ਵਪਾਰ ਕਰਨ ਦਾ ਹੋਕਾ ਦੇ ਦੇ। ਗੁਰਬਾਣੀ ਗੁਰੂ ਦੇ ਵਿੱਚ ਜੋ ਬ੍ਰਹਮ ਦਾ ਖਜ਼ਾਨਾ ਹੈ, ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਸੰਸਾਰ ਦੇ ਵਿੱਚ ਆਣ ਕੇ ਉਸ ਮਾਲਕ ਸੱਚੇ ਪਾਤਸ਼ਾਹ ਜੀ ਨੇ ਘਰ ਦਾ ਹੋਕਾ ਦਿੱਤਾ। ਸੰਸਾਰ ਦੇ ਵਿੱਚ ਪਰਉਪਕਾਰ ਦੇ ਰੂਪ ਦੇ ਵਿੱਚ ਉਹਨਾਂ ਨੇ ਉਸ ਹੋਕੇ ਨੂੰ ਆਪ ਦੇ ਮੁਖਾਰਬੰਦ ਦੇ ਵਿੱਚੋਂ ਸਾਰਿਆਂ ਨੂੰ ਸੁਣਾਇਆ ਅਤੇ ਆਉਣ ਵਾਲੇ ਸਮੇਂ ਦੀ ਨਿਜਾਤ ਨੂੰ ਦੇਖਦਿਆਂ ਹੋਇਆਂ ਜੋ ਵੀ ਉਹਨਾਂ ਨੇ ਅੰਮ੍ਰਿਤਮਈ ਬਚਨ ਮੁਖਾਰਬੰਦ ਦੇ ਵਿੱਚੋਂ ਇਸ ਸੰਸਾਰ ਦੇ ਵਿੱਚ ਵਰਤਾਏ, ਉਹਨਾਂ ਨੇ ਉਹਨਾਂ ਬਚਨਾਂ ਨੂੰ ਗੁਰਮੁਖੀ ਭਾਸ਼ਾ ਦੇ ਵਿੱਚ ਕਲਮਬੱਧ ਕਰਕੇ ਕਲਯੁਗ ਦੇ ਮੋਹਿਤ ਰੂਪ ਦੇ ਵਿੱਚ ਸਾਡੇ ਤਾਈਂ ਪਹੁੰਚਾਇਆ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਬਾਣੀ ਦਾ ਪਸਾਰਾ ਸ਼ੁਰੂ ਹੁੰਦਾ ਹੈ, ਉਹ ਰਾਗ ਰਹਿਤ ਬਾਣੀ ਤੋਂ ਸ਼ੁਰੂ ਹੁੰਦਾ ਹੈ। ਜਪਜੀ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਬਾਣੀ ਦੇ ਵਚਨ ਹਨ, ਉਹ ਰਾਗ ਰਹਿਤ ਹਨ। ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਰਾਗ ਰਹਿਤ ਬਾਣੀ ਸਹਿਜ ਸੁਭਾਏ ਇੱਥੇ ਆ ਕੇ ਵਰਤਾਈ। ਪਰ ਜਿਸ ਤਰ੍ਹਾਂ ਕਲਯੁਗ ਦੇ ਵਿੱਚ ਭੋਗ ਭੋਗਦਿਆਂ ਕਰਮ ਦੀ ਅਗਨ ਦੇ ਵਿੱਚ ਸੜਦਿਆਂ ਕਲਯੁਗੀ ਜੀਵਾਂ ਦੀ ਮੱਤ ਜਿਹੜੀ ਆ ਉਹ ਮੋਟੀ ਹੋ ਚੁੱਕੀ ਹੈ। ਉਹਨਾਂ ਨੇ ਜੋ ਅੰਮ੍ਰਿਤਮਈ ਬਚਨ ਸਹਿਜ ਸੁਭਾਏ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਨੇ ਰਾਗਾਂ ਤੋਂ ਰਹਿਤ ਇੱਥੇ ਸੰਸਾਰ ਵਿੱਚ ਗਏ ਤੇ ਸੰਸਾਰ ਨੇ ਉਹਨਾਂ ਦੇ ਬਚਨਾਂ ਦੀ ਕੀਮਤ ਨਹੀਂ ਪਾਈ। ਫਿਰ ਸੰਸਾਰ ਨੂੰ ਸਮਝਾਉਣ ਦੇ ਲਈ, ਸੰਸਾਰ ਦੀ ਨਜਾਕਤ ਨੂੰ ਸਮਝ ਲਿਆਉਂਦਿਆਂ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਟੀਕਾ ਹੀ 1430 ਅੰਗਾਂ ਦੇ ਵਿੱਚ ਅੱਗੇ ਵਰਤਾਇਆ। ਗੁਰਬਾਣੀ ਗੁਰੂ ਦਾ ਜੋ ਮੂਲ ਗਿਆਨ ਹੈ ਉਹ ਜਪਜੀ ਸਾਹਿਬ ਤੋਂ ਸ਼ੁਰੂ ਹੁੰਦਾ ਹੈ, ਰਾਗ ਰਹਿਤ ਬਾਣੀ ਤੋਂ ਸ਼ੁਰੂ ਹੁੰਦਾ ਹੈ। ਪਰ ਉਸੇ ਹੀ ਗਿਆਨ ਨੂੰ ਸਾਡੇ ਮਨ ਤੱਕ ਪਹੁੰਚਾਉਣ ਦੇ ਲਈ ਸੱਚੇ ਪਾਤਸ਼ਾਹ ਨੇ 31 ਰਾਗਾਂ ਦਾ ਸਹਾਰਾ ਲੈ ਕੇ ਸਾਡੇ ਮਤ ਨੂੰ ਅੰਮ੍ਰਿਤਮਈ ਕਰਨ ਦੇ ਲਈ ਉਸ ਖਜ਼ਾਨੇ ਨੂੰ ਵਰਤਾਇਆ। ਹੁਣ ਮਾਝ ਰਾਗ ਦੇ ਵਿੱਚ ਜਦੋਂ ਸੱਚੇ ਪਾਤਸ਼ਾਹ ਜੀ ਵਚਨ ਦੱਸਦੇ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤਾਂ ਉਹ ਮਹਾਰਾਜ ਕਹਿੰਦੇ ਆ ਭਈ ਜਿਹੜੇ ਸੁਖ ਦਾਤਾ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ। ਗੁਰਬਾਣੀ ਗੁਰੂ ਦੇ ਵਿੱਚ ਲੋਕ ਅਤੇ ਪਰਲੋਕ ਨੂੰ ਦੋ ਥਾਈਂ ਵੰਡ ਕੇ ਸਾਨੂੰ ਪੇਕੇ ਅਤੇ ਸਹੁਰੇ ਘਰ ਦੀ ਮੁਤਾਬਕ ਮਿਸਾਲ ਦੇ ਕੇ ਸਮਝਾਇਆ ਗਿਆ। ਇਹ ਮਨ ਇਸ ਸੰਸਾਰ ਦਾ ਰਹਿਣ ਵਾਲਾ ਨਹੀਂ। ਜੋ ਮਨ ਹੈ, ਜਿਸ ਨੂੰ ਗੁਰਬਾਣੀ ਗੁਰੂ ਦੇ ਵਿੱਚ ਜੀਵ ਰੂਪੀ ਇਸਤਰੀ ਕਿਹਾ ਜਾਂਦਾ ਹੈ, ਇਹ ਮਨ ਸੂਖਮ ਪੰਜ ਪ੍ਰਕਾਸ਼ ਰੂਪੀ ਤੱਤਾਂ ਤੋਂ ਬਣਾਇਆ ਗਿਆ ਹੈ। ਆਪਾਂ ਰਾਤ ਵੀ ਵਿਚਾਰ ਕੀਤੀ ਸੀ। ਜਿਸ ਨੂੰ ਮਹਾਰਾਜ ਕਹਿੰਦੇ ਨੇ ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਹੈ ਜਨਮਾ। ਔਰ ਇਸ ਸਰੀਰ ਦੇ ਨਾਲ ਮਨ ਜਿਹੜਾ ਹੈ ਉਹ ਸੰਜੋਗ ਅਤੇ ਵਿਜੋਗ ਦੀ ਖੇਡ ਖੇਡਦਾ ਹੈ। ਇਹ ਸੰਜੋਗ ਅਤੇ ਵਿਜੋਗ ਦੀ
ਖੇਡ ਨੂੰ ਸਮਝਾਉਣ ਦੇ ਲਈ ਸੱਚੇ ਪਾਤਸ਼ਾਹ ਨੇ ਕਿਹਾ ਹੈ, ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ, ਰੋਜ਼ ਦਾ ਰੋਜ਼ ਸਾਨੂੰ ਜਨਮ ਦਿੱਤਾ ਜਾਂਦਾ ਹੈ, ਰੋਜ਼ ਦੀ ਰੋਜ਼ ਸਾਨੂੰ ਅਲਪ ਤੌਰ ਤੇ ਮੌਤ ਵੀ ਦਿੱਤੀ ਜਾਂਦੀ ਹੈ। ਹੁਣ ਆਪਾਂ ਸੰਸਾਰੀ ਤੌਰ ਤੇ ਦਿਨ ਚੜ ਗਿਆ ਹੈ, ਆਪਾਂ ਸਾਰੇ ਇਸ ਸਰੀਰ ਦੇ ਨਾਲ ਸੰਜੋਗ ਕਰ ਲਿਆ। ਹੁਣ ਸਾਰੀ ਦਿਹਾੜੀ ਆਪਾਂ ਕਰਮ ਕਰਾਂਗੇ, ਵਿਚਾਰਾਂ ਦਾ ਖੇਡ ਚੱਲੇਗਾ। ਸ਼ਾਮ ਨੂੰ ਜਦੋਂ ਅਸੀਂ ਇਸ ਸਰੀਰ ਨੂੰ ਸਹਿਜ ਕਰਦੇ ਹਾਂ, ਇਸ ਸਰੀਰ ਤੋਂ ਰਹਿਤ ਹੋ ਜਾਂਦੇ ਹਾਂ, ਸਾਰੀ ਰਾਤ ਅਸੀਂ ਸਾਡਾ ਮਨ ਜਿਹੜਾ ਹੈ ਇਸ ਸਰੀਰ ਤੋਂ ਵੱਖ ਹੋ ਕੇ ਇੱਕ ਅਲਪ ਮੌਤ ਧਾਰਨ ਕਰ ਜਾਂਦਾ ਹੈ। ਉਹ ਰਾਤ ਦੇ ਸਮੇਂ ਇਸ ਸਰੀਰ ਨੂੰ ਅਸੀਂ ਛੱਡ ਜਾਂਦੇ ਹਾਂ। ਸੁਬਾਹ ਆਣ ਕੇ ਫਿਰ ਇਸ ਸਰੀਰ ਦੇ ਨਾਲ ਅਸੀਂ ਸੰਜੋਗ ਕਰ ਲੈਂਦੇ ਹਾਂ, ਸ਼ਾਮ ਸਮੇਂ ਇਸ ਸਰੀਰ ਦੇ ਨਾਲ ਫਿਰ ਸੰਜੋਗ ਕਰ ਲੈਂਦੇ ਹਾਂ। ਇਹ ਦੋ ਭਾਗਾਂ ਨੂੰ ਸਮਝਾਉਣ ਦੇ ਲਈ ਸੱਚੇ ਪਾਤਸ਼ਾਹ ਨੇ ਸਹੁਰੇ ਅਤੇ ਪੇਕੇ ਦਾ ਸੰਬੋਧਨ ਕਰਕੇ ਸਾਨੂੰ ਦੱਸਿਆ। ਜਿਸ ਦੇਸ਼ ਦੇ ਵਿੱਚੋਂ, ਜਿਸ ਘਰ ਦੇ ਵਿੱਚੋਂ ਮਨ ਨੂੰ ਇਸ ਸੰਸਾਰ ਦੇ ਵਿੱਚ ਲਾਹਾ ਲੈਣ ਦੇ ਲਈ ਭੇਜਿਆ ਗਿਆ ਹੈ, ਉਸ ਘਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਹੁਰ ਦੇ ਕੇ ਸਹੁਰਾ ਕਰ ਗਿਆ। ਔਰ ਜੋ ਇਸ ਸੰਸਾਰ ਦੇ ਵਿੱਚ ਅਸੀਂ ਖੇਡਣ ਆਉਂਦੇ ਹਾਂ, ਇੱਥੇ ਸਵਾਸਾਂ ਦਾ ਧਨ ਲੈ ਕੇ ਅਸੀਂ ਕਰਮ ਕਰਦੇ ਹਾਂ, ਵੱਖ-ਵੱਖ ਸੰਜੋਗੀਆਂ ਦੇ ਨਾਲ ਅਸੀਂ ਵਰਤਦੇ ਹਾਂ, ਇਸ ਨੂੰ ਪੇਕਾ ਕਰ ਕਹਿ ਦਿੱਤਾ। ਹੁਣ ਬਚਨ ਕਰਦੇ ਨੇ ਕਿ ਜਿਹੜਾ ਜਿਸ ਘਰ ਦੇ ਵਿੱਚੋਂ, ਜਿੱਥੇ ਮਹਾਰਾਜ ਨੇ ਸਾਨੂੰ ਪਰਉਪਕਾਰ ਕੀਤਾ, ਉਹ ਘਰ ਦਾ ਅਸੀਂ ਭੇਦ ਜਦੋਂ ਇਸ ਸੰਸਾਰ ਦੇ ਵਿੱਚ ਮਾਨਸ ਜਾਮੇ ਦੇ ਨਾਲ ਸਾਡਾ ਸੰਜੋਗ ਹੋਇਆ, ਵਿਚਾਰਾਂ ਦਾ ਐਸਾ ਜਾਮ ਬਣਿਆ ਕਿ ਅਸੀਂ ਇੱਥੇ ਆ ਕੇ ਉਸ ਘਰ ਦੀ ਕਹਾਣੀ ਭੁੱਲ ਗਏ। ਸਾਨੂੰ ਬਣਾਇਆ ਕਿਵੇਂ, ਅਸੀਂ ਆਏ ਕਿੱਥੋਂ ਆ, ਅਸੀਂ ਕੀ ਕਰਨ ਇਸ ਸੰਸਾਰ ਦੇ ਵਿੱਚ ਆਏ, ਕਿਸ ਤਰ੍ਹਾਂ ਸਾਡੇ ਮਨ ਨੂੰ ਵਿਚਾਰਾਂ ਦੇ ਵਿੱਚ ਮੈਲ ਲੱਗ ਗਈ, ਕਿਵੇਂ ਅਸੀਂ ਇਸ ਨਾਸ਼ਵਾਨ ਸੰਸਾਰ ਦੇ ਨਾਲ ਪਿਆਰ ਪਾ ਲਿਆ, ਕਿਵੇਂ ਅਸੀਂ ਇੱਥੋਂ ਦੇ ਜੋ ਸੰਜੋਗੀ ਸੀਗੇ, ਜੋ ਥੋੜ੍ਹੇ ਸਮੇਂ ਦੇ ਲਈ ਇੱਕ ਪਰਿਵਾਰ ਰੂਪ ਮਿਲਿਆ ਸੀ, ਉਹਨਾਂ ਦੇ ਨਾਲ ਪਿਆਰ ਪਾ ਲਿਆ ਤੇ ਵਿਚਾਰਾਂ ਦੇ ਵਿੱਚ ਇੱਥੇ ਆ ਕੇ ਇੱਕ ਦੂਜੇ ਦੇ ਵਿੱਚ ਮਸਤ ਹੋ ਕੇ ਵਿਚਾਰਾਂ ਦੀ ਨੀਂਦ ਦੇ ਵਿੱਚ ਸੌਂ ਗਏ। ਹੁਣ ਜਦੋਂ ਸੰਸਾਰ ਦੇ ਵਿੱਚ ਆ ਕੇ ਮਾਲਕ ਨੂੰ ਵਿਸਾਰ ਦਿੱਤਾ, ਖਸਮ ਨੂੰ ਵਿਸਾਰ ਕੇ ਰਸ ਭੋਗ ਕਰਨ ਲੱਗੇ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ। ਜਦੋਂ ਖਸਮ ਨੂੰ ਵਿਸਾਰ ਕੇ ਇਸ ਸੰਸਾਰ ਦੇ ਵਿੱਚ ਖੁਆਰ ਹੋ ਕੇ ਵਿਚਰਨ ਲੱਗੇ, ਤਾਂ ਉਸ ਦਾ ਸਿੱਟਾ ਕੀ ਨਿਕਲਿਆ? ਸਾਡੇ ਮਨ ਅਤੇ ਤਨ ਨੂੰ ਦੋਨਾਂ ਨੂੰ ਰੋਗ ਲੱਗ ਗਏ। ਰੋਗ ਲੱਗੇ ਤੇ ਉਹ ਪੀੜਾ ਸਾਨੂੰ ਮਿਲਣ ਲੱਗੀ, ਸਜ਼ਾਵਾਂ ਮਿਲਣ ਲੱਗੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਧਨ, ਜੋ ਜੀਵ ਰੂਪੀ ਇਸਤਰੀ ਇਸ ਸੰਸਾਰ 'ਚ ਪੇਕਿਆਂ ਦੇ ਵਿੱਚ ਆ ਕੇ ਸੌਂ ਜਾਂਦੀ ਹੈ, ਆਪ ਦਾ ਪਿਛੋਕੜ ਘਰ ਭੁੱਲ ਜਾਂਦੀ ਹੈ, ਜਿੱਥੇ ਉਸ ਦੇ ਪਿਤਾ ਨੇ ਉਸ ਨੂੰ ਲੜ ਲਾ ਕੇ ਭੇਜਿਆ ਹੈ, ਉੱਥੋਂ ਦਾ ਹੁਕਮ ਕਮਾਉਣਾ ਭੁੱਲ ਜਾਂਦੀ ਹੈ। ਬਗਾਨੇ ਘਰ ਦੇ ਵਿੱਚ ਆ ਕੇ ਵਿਚਾਰਾਂ ਦੀ ਨੀਂਦ ਦੇ ਵਿੱਚ ਸੌਂ ਜਾਂਦੀ ਹੈ। ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਉਸ ਨੂੰ ਸੰਸਾਰ ਦੇ ਵਿੱਚ ਵੀ ਸ਼ੋਭਾ ਨਹੀਂ ਮਿਲਦੀ ਕਿ ਸਹੁਰਿਆਂ ਦਾ ਘਰ ਛੱਡ ਕੇ ਪੇਕਿਆਂ ਦੇ ਘਰ ਦੇ ਵਿੱਚ ਆ ਗਈ ਹੈ। ਪਤੀ ਦਾ ਹੁਕਮ ਨਹੀਂ ਕਮਾਇਆ, ਮਾਤਾ ਪਿਤਾ ਦਾ ਜੋ ਸੀ ਦਾ ਹੁਕਮ ਨਹੀਂ ਕਮਾਇਆ, ਔਰ ਹੁਕਮ ਤੋਂ ਆਗੀ ਹੋ ਕੇ ਪੇਕਿਆਂ ਦੇ ਵਿੱਚ ਵਸ ਗਈ। ਹੁਣ ਮਹਾਰਾਜ ਜੀ ਕਹਿੰਦੇ, ਜਿਹੜਾ ਸਜ਼ਾਵਾਂ ਮਿਲਦੀਆਂ ਨੇ, ਜਦੋਂ ਪੇਕਿਆਂ ਦੇ ਵਿੱਚ ਆ ਕੇ ਮਾਣ ਨਹੀਂ ਮਿਲਦਾ, ਅਪਮਾਨ ਰੂਪ ਦੇ ਵਿੱਚ ਇੱਥੇ ਵਿਚਰਦੀ ਹੈ, ਤਾਂ ਫਿਰ ਸਿਆਣੇ ਇਸ ਨੂੰ ਸਮਝਾਉਂਦੇ ਨੇ ਕਿ ਜੋ ਵਿਧਾਨ ਬਣਿਆ ਹੈ, ਜਿੱਥੇ ਤੇਰੀ ਕਦਰ ਹੋਣੀ ਹੈ, ਜਿੱਥੇ ਤੇਰਾ ਘਰ ਬਣਿਆ ਹੈ, ਉੱਥੇ ਹੀ ਤੈਨੂੰ ਸ਼ੋਭਾ ਮਿਲੇਗੀ। ਤੂੰ ਇਹ ਪੇਕਿਆਂ ਦਾ ਘਰ ਜਿਹੜਾ ਹੈ, ਇਹ ਥੋੜੇ ਸਮੇਂ ਦੇ ਲਈ ਤੂੰ ਇੱਥੇ ਆਉਣਾ ਹੈ, ਪਰ ਜੋ ਵਿਧਾਨ ਦੇ ਮੁਤਾਬਕ ਤੇਰਾ ਪੱਕਾ ਘਰ ਹੈ, ਉਹ ਸੋਹਣਾ ਘਰ। ਔਰ ਉਹ ਹੁਕਮ ਰੱਤੀ ਇਸਤਰੀ ਹੈ ਜੋ ਪੇਕਿਆਂ ਦੇ ਵਿੱਚ ਆਵੇ, ਆਪ ਦੇ ਪਤੀ ਪਰਮੇਸ਼ਰ ਨੂੰ ਯਾਦ ਰੱਖੇ, ਉਸ ਦੀ ਆਗਿਆ ਨੂੰ ਯਾਦ ਰੱਖੇ, ਉਸ ਦੇ ਹੁਕਮ ਨੂੰ ਕਮਾਏ, ਉਸ ਨੂੰ ਯਾਦ ਕਰਦੀ, ਉਸ ਦੇ ਪਿਆਰ ਦੇ ਵਿੱਚ ਪੇਕਿਆਂ ਦੇ 4 ਦਿਨ ਜਿਹੜੇ ਆ ਬਤਾ ਕੇ ਵਾਪਸ ਆਪ ਦੇ ਘਰ ਚਲੀ ਜਾਏ। ਹੁਣ ਮਹਾਰਾਜ ਜੀ ਕਹਿੰਦੇ, ਭੇਜੜੈ ਸੁਖ ਦਾਤਾ ਜਾਤਾ, ਹਉਮੈ ਮਾਰ
गुर शब्द पछाता। इस संसार दे विच आण के जीव नूं उदों सुख हुंदा है जदों वो आके आप दा पिछोकड़ बुझ लेंदे भी असीं किस घर दे विचों आए, असीं वापस किवें उस सच दे विच करना है। और जिन्नी देर तक इस दृष्टमान संसार के नाल जुड़े रहते हैं, वापसी की कहानी नहीं बुझते, जिसनों महाराज जी कहते ने निज कर महल पावो सुख सहजे बहुर ना होइगो। जिन्नी देर विच असीं संसार दे विच आके संगत विच आके उस निज घर दा सच्चे महल दा भेत नहीं लेंदे, उन्नी देर तक सानूं सुख नहीं हुंदा। महाराज कहते जदों फिर जीव इस्त्री इस संसार दे विच आके आप दे सहुरे घर दा भेत ले लैंदी है, इस बगाने शरीर नूं जिसनूं छड्ड के जाना इसदा भेत ले लैंदी है, उत्थे ही उसनूं फिर सुख हो जाता है। सेज सुभावी सदा पिरावे, सच सिगार बना बनिया। हुण महाराज कहते इस मन की सेज, इस शरीर की सेज उदों सुखी हुंदी है जदों इस दे विच अन दिन रोम रोम करके उस मालिक सच्चे पातशाह की उस्तत शुरू हो जाती है। हुण ये सेज साडी मैली हो चुकी है, क्योंकि कदे इस मन की सेज उपर काम आ जाता है, कदे क्रोध आ जाता है, कदे लोभ आ जाता है, हंकार आ जाता है। हौमे दे विच रंगे होए दा ये जिहड़ा मन रूपी चोला है ये मैला हो गया, और जिन्ना मन का चोला मैला हो जाएगा, जिन्ने विचार फुरने हौमे तृष्णा दे तीर इस दे विच वजदे रहणगे उन्ना ही दुख मैनूं मिलेगा। क्योंकि महाराज जी कहते हैं बैर विरोध काम क्रोध मोह झूठ बेकार महालोभ द्रोह ब्याह जुग बिगाने कई जन। सेज मैड़ी उदों हुंदी है जदों असीं उस अकाल पुरख सच्चे पातशाह नूं विसार के माया के विचारां नूं धारण कर लैंदे। हुण सच्चे पातशाह कहते भी जदों संगत दे विच जीव इस्त्री जांदी है, संतां साधुआं तो भेद लैंदी है, जिसनूं महाराज जी कहते हैं सौहरे सुख दे विच किवें जाना है, उस सौहरे घर दे विच किवें जाना है, जिसनूं कहते हैं गुर मिल चज आचार सिख तुद कदे न लगे दूर। भी गुरु नूं धारण करके उस चज अते आचार नूं जदों जीव इस्त्री सिख लैंदी है, हर श्वास के नाल उस मालिक सच्चे पातशाह की उस्तत करनी शुरू कर दिंदी है। आप दे नेत्रां दे विच भी उस मालिक के रूप नूं धारण करदी है, इन्हां कन्नां दे विच भी उस सच्चे पातशाह की उस्तत नूं धारण करदी है, अते इस मुख दे विच जिन्हों महाराज जी कहते ने पात्री रूप ना पेखै नेत्र साध की टहल संत संग हेत करण न सुनै काहू की निंदा सब ते जाने आप उसको। जदों इस भावना के विच जीव इस्त्री आ जाती है तां उसकी सेज सुभाविक हो जाती है। जदों देखना भी पर रूप पर त्री, सुनना भी कूड़ निंदिया अते मुख विचों भी लोभ मोह हंकार दीयां बातां करनियां, तां ऐसे जाल दे विच सौ के फिर सानूं सुख नहीं दुख ही दुख मिलता। महाराज जी कहते भी जदों इस पेके घर दे विच आके, इस शरीर दे विच आके, संसार दे जन्म दे विच आके जीव इस्त्री ये धन जिहड़ी है संतां साधुआं महापुरुषां दे नाल जुड़ के आप दे मन दा, आप दे पिछोकड़ दा भेत लैके अन दिन नाम जपदी है, सच शब्द की आराधना करती है, उदों इसकी सेज सुहावे हो के अते सुखी वसदी है। लख 84 जी उपाए जिसनो नदर करे तिस गुरु मिलाए। महाराज कहते हैं कि इस संसार दे विच जिहड़ी साधना की गई है वो 4 खाणियां दे राही की गई है। हुण 4 खाणियां दे विचों 84 लख जून प्रगट हुई है।
वो चार खाणियां ने अंडज, जेरज, सेतज अते उत्पज। कुछ आंडियां की खाणी दे विच जीव प्रगट कीते है, कुछ जेरज रूप विच कीते है, कुछ मैल दे विचों जीव प्रगट कीते है, कुछ धरती विचों प्रगट कीते है, और जो उत्पज दे विच ये साडी सारी वनस्पति आ जाती है, रुख बिरख फसलां आ जाते हैं, कुछ इहदे विचों प्रगट कीते। चार खाणियां दे विच 84 लाख जून प्रगट कीती है, जिस दे विच मनुख भी आ जाता है, जानवर भी आ जाते हैं, पंछी भी आ जाते हैं, वनस्पति भी आ जाती है। पर महाराज सच्चे पातशाह कहते सुख उसनूं मिलता है जिस दे ऊपर कृपा करके आपकी नजर दृष्टि करके गुरु दे नाल ला दिता है। क्योंकि संसार दे विच दो तरह के रस्ते चलते हैं, दो तरह की मत चलती है। एक हुंदी है गुरमत, दूसरी है मनमत। मनमत दे विच दुख ही दुख है। मनमत उतों प्रगट होती है जदों मनुख साध संगत दे विच नहीं आउंदा, गुरु की ओट नहीं लैंदा। जो महापुरुषां ने इस कलयुग दे विच भवजन दे विचों कटण दे लई सानूं वचन दिते ने, गुरबाणी गुरु का आसरा दिता है, वो नहीं लैंदा। सहज सुभाए जिवें इहदे अंदर काम क्रोध लोभ अहंकार दे फुरने फुरदे आ, उन्हां दे विच तुरिया फिरदा। हौमे आई हौमे वस चल पिया, तृष्णा आई तृष्णा वस चल पिया। उस नाम सच तो कोहां दूर रहिंदा है। वो मनमती जीव धाम के रस्ते ऊपर चलने वाला जिहड़ा जीव है वो दुखी रहता है। दूसरा है जो कि गुरु की शरण में आ गया, जिसने नाम का उपासना ले लिया, जो गुरु के लड़ लग के गुरु के मुताबिक अपना जीवन धारण कर लेता है। गुरु सब तो पहला सानू मन दियां रहना सिखाते हैं, ना किसी का मन का वचन करने या मन का सुनना नहीं, मन का देखना नहीं। सानू की कहते हैं, पहला मरण कबूल कर जीवन की छट आस, और सपना की रेखा तो आओ हमारे पास। मरना कबूल कर, सारे मेरी मन के प्यार बसा के, हाँ मैं तो दूर रह के सारे पास तुसीं आना। महाराज कहते जो इस तरह गुरु की शरण के विच चले जाते हैं, जो गुरु के नाल प्यार पा लेते हैं, वो सुखी हो जाते हैं। पर महाराज कहते भी 84 लाख जीवनियां विचों, चारे खाणियां विचों ऐसी कृपा किसी बिरले गुरमुख ते होती, जिसकी पूर्वले जन्मां की बहुत बड़े भागे होने करके बड़ी बड़ी भगती है। वो नाम के नाल जुड़िया होया, क्योंकि एक गुरमुख का जामा भी जिहड़ा है, एक संत का जामा जिहड़ा उस जीव को मिलता है, वो जीव संत की अवस्था पे पहुंचता है, वो जीव साधु की अवस्था पे पहुंचता है, जिन्हें पिछले बहुत सारे जामे जिहड़े आ मानस जामे लए हो, अते हर जामे दे विच बड़े जतन करके बड़ी मुशक्कत दे नाल मालक दे लई लाभ दे लई तड़प रखता रहा। बड़े बड़े जामे मालक दे लई तड़प विराग रखता होया, मानस जामियां दे विचों हुंदा होया, हर जामे दे विच मिलाप दे लई जतन करता होया जिहड़ा जीव है, उसनूं फिर बहुत समा बाद जाके जिहड़ी है संत अते साधु की उपाधि मिलदी। हर जीव संत उपाधि ते नहीं पहुंच सकता। जिस जीव ने हर बार जदों उसनूं मानस जामा मिलिया जतन करता है मालक दे नाल लाभ करन दे लई, और उहदे जतना सदका उहदियां लखां हज़ारां जोड़ियां सदका उसनूं सच्चे पातशाह ने फिर संत अते साधु के रूप दे विच नवाजिया। जदों भगत धन्ना जी भगत बनन तो पहला आम सादी जिंदगी जिउंदे सन, उन्हां नूं भगत रामानंद जी के संजोगी मिले, संत मंडली मिली, संजोग होया भगत जी के नाल। उत्थे जाके गुरु सच की आराधना का भेद लिया, मालिक नाल मिलाप किवें करना है भेद लिया। ते अनपढ़ सन, बहुत पढ़े लिखे नहीं सी, खेती करते सीगे, आम सादी जिंदगी के नाल संबंध सी।
ਜਦੋਂ ਬੜੀ ਛੇਤੀ ਹੀ ਸੱਚ ਦੇ ਨਾਲ ਮਿਲਾਪ ਹੋ ਗਿਆ ਸੰਗਤ ਵਿੱਚ ਜਾਣ ਤੋਂ ਬਾਅਦ, ਤਾਂ ਕੁਝ ਸਮੇਂ ਬਾਅਦ ਜਦੋਂ ਮਿਲਾਪ ਹੋਇਆ, ਗਿਆਨ ਹੋਇਆ, ਸੋਭਾ ਹੋਈ, ਮਾਲਕ ਸੱਚੇ ਪਾਤਸ਼ਾਹ ਨੇ ਪਰਚਾ ਪਾਇਆ ਤੇ ਸੂਖਮ ਹਉਮੈ ਮਨ ਦੇ ਵਿੱਚ ਆ ਗਈ। ਜਿਹੜੇ ਜੋਗੀ ਨੇ, ਦਿਗੰਬਰ ਨੇ, ਸਿੱਧ ਨੇ, ਇਹ ਤਾਂ ਇਹਨਾਂ ਚਿਰ ਯਤਨ ਕਰਦੇ ਫਿਰਦੇ ਆ, ਇੰਨਾ ਸਮਾਂ ਲਾਉਂਦੇ ਰਹਿੰਦੇ ਆ। ਮੈਨੂੰ ਤਾਂ ਆਟੀ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਮੇਰੇ ਤੋਂ ਵੱਡਾ ਸਿਆਣਾ ਕੌਣ ਹੈ? ਸੂਖਮ ਹਉਮੈ ਆ ਗਈ। ਹੁਣ ਜਦੋਂ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਬੱਚਾ ਸੂਖਮ ਦੀ ਹਉਮੈ ਦੇ ਵਿੱਚ ਵਿਚਾਰ ਲੈ ਗਿਆ, ਕਿਤੇ ਹਉਮੈ ਇਸ ਦਾ ਨੁਕਸਾਨ ਨਾ ਕਰ ਦੇਵੇ, ਜਦੋਂ ਸ਼ਾਮ ਨੂੰ ਆਪ ਦੇ ਨਿਜ ਸਰੂਪ ਦਾ ਧਿਆਨ ਕਰਨ ਦੇ ਲਈ ਮਾਲਕ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਘਰ ਦੀ ਆਰਾਧਨਾ ਕਰਨ ਦੇ ਲਈ ਅੰਤਰ ਧਿਆਨ ਵਿੱਚ ਬੈਠੇ ਹਨ, ਸੱਚੇ ਪਾਤਸ਼ਾਹ ਨੇ ਆਵਾਜ਼ ਦੇ ਕੇ ਆਖਿਆ, ਅੱਜ ਆਪ ਜੀ ਦੇ ਮਨ ਦੇ ਵਿੱਚ ਇੱਕ ਵਿਚਾਰ ਆਇਆ ਹੈ, ਆਓ ਤੁਹਾਨੂੰ ਦਿਖਾਈਏ ਵੀ ਕਿੰਨੇ ਜਨਮਾਂ ਦੀ ਭਗਤੀ ਦੇ ਸਦਕਾ ਤੁਹਾਨੂੰ ਇਸ ਜਾਮੇ ਦੇ ਵਿੱਚ ਸਤ ਦਰਸ਼ਨ ਹੋਇਆ, ਤੁਸੀਂ ਅਮਰ ਹੋਏ। ਹੁਣ ਜਦੋਂ ਸੁਖਮ ਦੇ ਵਿੱਚੋਂ ਬੈਠ ਕੇ ਉਹਨਾਂ ਦੇ ਜਾਮੇ ਉਹਨਾਂ ਨੂੰ ਦਿਖਾਉਂਦੇ ਨੇ, ਉਹਨਾਂ ਦਾ ਪਿਛਲਾ ਮਿਹਨਤ ਉਹਨਾਂ ਨੂੰ ਦਿਖਾਉਂਦੇ ਨੇ, ਉਹ ਭਗਤੀ ਜਿਹੜੀ ਉਹ ਮੁਸ਼ੱਕਤ ਕਰਦੇ ਨੇ ਉਹ ਦਿਖਾਉਂਦੇ ਨੇ ਤੇ ਦੇਖਦੇ ਨੇ ਹਜ਼ਾਰਾਂ ਹੀ ਜਨਮ ਜੋ ਮਾਲਕ ਸੱਚੇ ਪਾਤਸ਼ਾਹ ਦੀ ਤੜਫ ਅਤੇ ਵਿਰਾਗ ਦੇ ਵਿੱਚ ਅਰਜ਼ੋਈਆਂ ਕਰਦੇ ਲੰਘਾ ਦਿੱਤੇ ਕਿ ਸੱਚੇ ਪਾਤਸ਼ਾਹ ਸਾਨੂੰ ਦਰਸ਼ਨ ਦਿਓ, ਸੱਚੇ ਪਾਤਸ਼ਾਹ ਸਾਡੇ ਨਾਲ ਮਿਲਾਪ ਕਰੋ। ਭਗਤੀ ਕਰਦੇ ਰਹੇ, ਅਕਾਰਾਂ ਦੀ ਭਗਤੀ ਕਰਦੇ ਰਹੇ, ਫਿਰ ਕਿਤੇ ਜਾ ਕੇ ਬੜੇ ਯੁੱਗ ਹਾਰਨ ਤੋਂ ਬਾਅਦ ਫਿਰਤ ਬਹੁਤੇ ਯੁੱਗ ਹਾਰੇ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਮਿਲਾਪ ਕਰ ਉੱਥੇ ਹੋਣੇ ਪਏ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਲੱਖ 84 ਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ, ਕਿਨ ਵਿਕ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾਵਣੇ। ਜਿਸ ਦੇ ਉੱਪਰ ਫਿਰ ਕਿਰਪਾ ਕਰਦੇ ਨੇ ਸੱਚੇ ਪਾਤਸ਼ਾਹ, ਉਹ ਕਿਰਪਾ ਦੀ ਨਿਸ਼ਾਨੀ ਉਸ ਨੂੰ ਗੁਰੂ ਦੇ ਨਾਲ ਮਿਲਾ ਦਿੰਦੇ। ਉਹ ਗੁਰੂ ਕੌਣ ਹੈ? ਕਲਯੁਗ ਦੇ ਵਿੱਚ ਸਾਨੂੰ ਵੇਖ ਦਿੱਤਾ ਹੈ ਕਿ ਸ਼ਬਦ ਸਾਡਾ ਗੁਰੂ ਹੈ। ਜਦੋਂ ਅਸੀਂ ਸ਼ਬਦ ਗੁਰੂ ਦੀ ਸ਼ਰਨ ਵਿੱਚ ਆ ਗਏ, ਸਤਿਗੁਰ ਦੀ ਸ਼ਰਨ ਦੇ ਵਿੱਚ ਆ ਗਏ, ਜਿੱਥੇ ਸ਼ਬਦ ਦੀ ਆਰਾਧਨਾ ਸਾਨੂੰ ਸਿਖਾਈ ਜਾਂਦੀ ਹੈ, ਸ਼ਬਦ ਦੇ ਨਾਲ ਜੁੜਿਆ ਜਾਂਦਾ ਹੈ, ਫਿਰ ਕਹਿੰਦੇ ਜਿਹੜੇ ਲੱਖਾਂ ਹੀ ਕਿਰਪਕ ਹੁੰਦੇ, ਜਿਹੜੇ ਸਾਡੇ ਮਨ ਨੂੰ ਮੈਲ ਲੱਗੀ ਹੋਈ ਹੈ, ਵਿਦਿਆ, ਚੁਗਲੀ, ਦੁਐਸੀ, ਜੋ ਅਸੀਂ ਦਿਨ ਰਾਤ ਵਿਚਾਰਾਂ ਦੇ ਵਿੱਚ ਰਹਿੰਦੇ ਹਾਂ, ਉਸ ਮੈਲ ਨੂੰ ਕਿਰਪਕ ਕਹਿ ਦਿੱਤਾ ਹੈ। ਉਹ ਲੱਖਾਂ ਹੀ ਕਿਰਪਕ ਕਹਿੰਦੇ, ਫਿਰ ਗੁਰ ਕਾ ਸ਼ਬਦ ਘਟੈ ਓਟ ਕਰ, ਕਰੋੜਾਂ ਕਰਮ ਉਹ ਫਿਰ ਗੁਰੂ ਦਾ ਸ਼ਬਦ ਕੱਟ ਦਿੱਤਾ, ਜਿਸ ਨੂੰ ਕਹਿੰਦੇ ਨੇ ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਏ। ਬੜੇ ਜਨਮ ਭਰਮਣ ਤੋਂ ਬਾਅਦ ਜਦੋਂ ਗੁਰ ਸ਼ਬਦ ਦੇ ਨਾਲ ਸਾਨੂੰ ਜੋੜਿਆ, ਸਾਨੂੰ ਪੂਰੇ ਗੁਰੂ ਦੇ ਨਾਲ ਮਿਲਾਇਆ, ਮਹਾਰਾਜ ਕਹਿੰਦੇ ਉਦੋਂ ਫਿਰ ਇਹ ਜੀਵ ਇਸਤਰੀ ਸੁਖੀ ਹੁੰਦੀ ਹੈ ਜਦੋਂ ਗੁਰੂ ਵਾਲੀ ਬਣ ਜਾਂਦੀ ਹੈ। ਇਸ ਦੇ ਲੱਖਾਂ ਹੀ ਕਿਰਪਕ ਕੱਟ ਕੇ, ਇਸ ਨੂੰ ਨਿਰਮਲ ਕਰਕੇ ਉਸ ਸੱਚੇ ਨਾਮ ਦੇ ਨਾਲ ਇਸ ਨੂੰ ਜੋੜ ਦਿੱਤਾ ਜਾਂਦਾ ਹੈ। ਉਹ ਨਾਮ ਜਿਹੜਾ ਰੂਪ ਰੇਖ ਤੋਂ ਨਿਆਰਾ ਹਰ ਵਕਤ ਇਸ ਬ੍ਰਹਿਮੰਡ ਦੇ ਵਿੱਚ ਵੱਜ ਰਿਹਾ, ਜਿਸ ਨੂੰ ਮਹਾਰਾਜ ਕਹਿੰਦੇ ਨੇ ਤਿਸ ਰੂਪ ਨਾ ਰੇਖ ਅਨਾਹਦ ਵਜੈ ਸ਼ਬਦ ਨਿਰੰਜਨ ਕੀਆ। ਕਹਿੰਦੇ ਉਹ ਰੂਪ ਰੇਖ ਤੋਂ ਨਿਆਰਾ ਹੈ। ਸੰਸਾਰ ਦੇ ਜੋ ਨਾਮ ਨੇ ਇਹ ਅੱਖਰਾਂ ਦੁਆਰਾ ਲਿਖੇ ਜਾਂਦੇ ਆ, ਚਾਹੇ ਰਾਮ, ਹਰੀ, ਅੱਲਾਹ, ਕ੍ਰਿਸ਼ਨ, ਵਾਹਿਗੁਰੂ, ਵੱਖਰੇ ਵੱਖਰੇ ਨਾਮ ਨੇ, ਇਹ ਅੱਖਰਾਂ ਦੁਆਰਾ ਲਿਖੇ ਜਾਂਦੇ ਆ। ਕੋਈ ਸੰਸਕ੍ਰਿਤ ਵਿੱਚ ਲਿਖਿਆ ਜਾਂਦਾ, ਕੋਈ ਅਰਬੀ, ਫਾਰਸੀ ਵਿੱਚ ਲਿਖਿਆ ਜਾਂਦਾ, ਪਰ ਮਹਾਰਾਜ ਕਹਿੰਦੇ ਵੀ ਜੋ ਉਹ ਨਾਮ ਹੈ ਜਿਸ ਦੀ ਪ੍ਰਾਪਤੀ ਬਿਰਲੇ ਗੁਰਮੁਖਾਂ ਨੂੰ ਹੁੰਦੀ ਹੈ, ਉਹ ਇਹਨਾਂ ਅੱਖਰਾਂ ਤੋਂ ਉੱਪਰ ਹੈ। ਜਦੋਂ ਕਿਰਪਾ ਹੁੰਦੀ ਹੈ, ਉਹ ਜੀਵ ਮਨ ਦੇ ਉੱਪਰ ਕਿਰਪਾ ਹੁੰਦੀ ਹੈ, ਉਸ ਦੀ ਦੇਹੀ ਦੇ ਵਿੱਚ ਹੀ ਉਸ ਨੂੰ ਸੁਣਾਇਆ ਜਾਂਦਾ ਹੈ, ਜਿਸ ਨੂੰ ਮਹਾਰਾਜ ਕਹਿੰਦੇ ਨੇ ਬਾਵਨ ਅਛਰ ਲੋਕ ਤ੍ਰੈ ਸਭ ਕੁਛ ਇਨਹੀ ਮਾਨੇ, ਇੱਕ ਅੱਖਰ ਖਿਲ ਜਾਏਗੇ, ਉਹ ਅੱਖਰ ਉਹ ਅੱਖਰ ਜਿਹੜਾ ਅਨਾਹਤ ਅੱਖਰ ਹੈ, ਜਿਸ ਨੂੰ ਮਹਾਰਾਜ ਕਹਿੰਦੇ ਨੇ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜੈ ਨਾਦ। ਉਹ ਜਿਹੜਾ ਘਟ ਘਟ ਦੇ ਵਿੱਚ ਵੱਜ ਰਿਹਾ ਨਾਦ ਹੈ, ਜਦੋਂ ਮਨ ਕਿਨ ਵੇਖਾਂ ਦੀ ਮੈਲ ਤੋਂ ਰਹਿਤ ਹੁੰਦਾ ਹੈ,
सच्चे पातशाह के राग दे विच इस पेके घर का भेत लैके कि मैं बगाने घर दे विच आया, मैं वापस उस सच के नाल संपर्क करना है, उदों फिर बड़ी कृपा करके इहदे लखां कोट करण कट के इसनूं सच्चे नाम अनाहत नाम दे नाल जोड़ दिता जाता है। लेखा मांगे तां किन दिए, सुख नाही गुण दूए दिए। हुण महाराज ने कहते लेखे करते दा छुट्टी है दिन भूलना। जे असीं कह दईए कि आपकी सियाणप द्वारा अकाल पुरख सच्चे पातशाह तो असीं आपकी माफी मंग लांगे, आपकी सियाणप द्वारा आपकी ज्ञान द्वारा असीं उस घर दे विच कोई दलील दे देंगे, तो महाराज सच्चे पातशाह कहते कि कर्मां दी मैल इन्नी चढ़ चुकी है, सह सियाणपा लख होए तां इक ना चलै ना। ये सियाणप ही तुहाडी रुकावट बनी हुई है। ये सियाणप दे वस पै के ही तुसीं हौमे दे विच चले गए हो। ये दुनियावी सियाणप नूं वार-वार दृढ़ करके ही तुसीं दुख भोग रहे हो। ते महाराज सच्चे पातशाह सानूं बचन करदे ने भी जे लेखे की गल आवे तां लेखा इन्ना डाढ़ा हो चुकिया है, इन्ना भारा हो चुकिया है, इन्ने करोड़ां जन्मां दा हिसाब हो गया है। महाराज कहते देंदा दे लैंदे थक पाहे जुगा जुगंतर आई। हुण गल विचारां दे नाल सियाणप दे नाल जां इत्थे कोई हट योग करन दे नाल नहीं खत्म होनी, क्योंकि माया जिहड़ी है ये बड़ी पावर वाली है, बड़ी प्रभावशाली है। धुर की भेदी आई अमर, नौ खंड जीते सब खान धनंतर। तख्त तीरथ ना छोटे जोग संन्यास, पढ़ थाके सिमरत वेद अभ्यास। जय बैसो तै माले बैसे, सगल भवन में सबल प्रवेश। महाराज कहते ये इन्नी अमर है, ये इन्नी पावर वाली है, ये अमर है, ये इन्नी प्रभावशाली है कि किसी को भेद भी नहीं आउण दिंदी, ना देखती है ना मूँहों बोलती है, पर सारिਆਂ ਨੂੰ वस कर लिया, सारिਆਂ ਨੂੰ खा रही है। महाराज कहते तट तीरथ ते चले जाओगे उत्थे भी नाली चली जाती है, वेद सिमरतियां अभ्यास करन लग जाओगे उत्थे भी नाली बैठ जाती है। क्यों? जिन्नी देर तक असीं आपकी हौमे नूं नहीं बुझदे, हौमे दे वासी असीं ज्ञान इकट्ठा कर रहे हैं, हौमे दे विच असीं तट तीरथां ते जा रहे हैं, हौमे दे विच ही असीं सारी धारणा कमाई कर रहे हैं, ते सच्चे पातशाह कहते तुसीं इहदे जाल दे विचों निकल नहीं सकदे। जय बैसो ते नाल हो बैसो, जिथे जिथे जाओ उत्थे नाल नाल बैठदी जाओगे। इस करके लेखे दे विचों तां असीं बाहर हो ही नहीं सकदे। सानू सियाणप इन्नी दे दिंदी है, जदों जीव थोड़ा मोटा सिमरन अभ्यास करना शुरू कर देता है, ज्ञान होना शुरू हो जाता है, उदों उसको सबक बड़ी हौमे दे विच पा दिंदी कि तेरे जिन्ना किस नूं ज्ञान है, तेरे जिन्नी सच्चाई किस दे कोल है, तेरे जिन्ना कर्म किस ने करना, तेरे जिन्ना अभ्यास किस ने करना। जे वही जीव नाम भगती का रस्ता छड्ड के संसारी कर्म करन लग जाए, रजोगुणी कर्म करन लग जाए, उत्थे उहनूं हौमे दे वस कर देंगे, उत्थे उहनूं अपने ज्ञान दे वस कर देंगे। तो सच्चे पातशाह सानूं कहते हैं लेखे कदे ना छुट्टी है, लेखे दे विच आके तुसीं कदे भी छुट नहीं सकते। जेकर कोई छुड़ा सकता है तो तुहानूं गुरु दा शब्द, वो वाहिगुरू शब्द तुहानूं राम नाम दा शब्द तुहानूं छुड़ा सकता है। जिसनूं कहते ये हल ते हल छड्ड तूं गुर का शब्द पछाण, सतगुर आगे टैपो सब कुछ जाने। आपकी सियाणप नूं छड्ड के हौमे नूं छड्ड के सिर्फ ते सिर्फ गुरु दे अगे समर्पण कर दे। धन धन साहिब श्री गुरु ग्रंथ साहिब महाराज जी अगे समर्पण कर दे। जो ये वचन करते हैं, जो आप दे अलाही वचनां दे राही सानूं समझाउणा चाहुंदे आ, इन्हां दे वचनां नूं आपां इन्हां दी शरण दे विच आके समझीए, इन्हां दे हुकम नूं मंनीए, उस शब्द दे नाल जुड़े ते साडा लेखा जिहड़ा है वो साफ हो सकदा। नहीं तो जिहड़ा मन साडा मैला होया है
ਸਿਆਣਪ ਤੇ ਸਿਆਣਪ ਸਾਨੂੰ ਤੁਰੀ ਆਉਂਦੀ, ਸਿਆਣਪ ਵਸ ਅਸੀਂ ਸੰਗਤ ਵਿੱਚ ਨਹੀਂ ਆਉਂਦੇ, ਸਿਆਣਪ ਵਸ ਅਸੀਂ ਨਾਮ ਨਹੀਂ ਜਪਦੇ, ਸਿਆਣਪ ਵਸ ਅਸੀਂ ਗੁਰੂ ਵਾਲੇ ਨਹੀਂ ਬਣਦੇ, ਸਿਆਣਪ ਵਸ ਅਸੀਂ ਆਪ ਦੀ ਕੋਈ ਰਹਿਤ ਨਹੀਂ ਧਾਰਨ ਕਰਦੇ। ਅਸੀਂ ਸੋਚਦੇ ਹਾਂ ਕਿ ਸਾਡੇ ਤੋਂ ਵੱਧ ਸਮਝ ਕੇ ਸ਼ੁਰੂ ਉਹ ਸਿਆਣਪ ਵੀ ਸਾਡਾ ਲੇਖਾ ਬਣੀ ਜਾਂਦੀ, ਉਹ ਸਿਆਣਪ ਵੀ ਸਾਨੂੰ ਗਾਂ ਦੀ ਗਾਂ ਹਉਮੈ ਵਿੱਚ, ਜੂਨਾਂ ਵਿੱਚ, ਜਨਮਾਂ ਦੇ ਵਿੱਚ ਲੈ ਜਾਂਦੀ। ਇਹ ਸਿਆਣਪ ਨੂੰ ਕੱਢਣਾ ਹੈ। ਇਸ ਸਿਆਣਪ ਨੂੰ ਮਹਾਰਾਜ ਕਹਿੰਦੇ ਹਉਮੈ ਨਾਵੇਂ ਨਾਲ ਲੋਭ ਹੈ, ਦੋਈ ਨਾ ਵਸੈ ਇੱਕ ਥਾਂ। ਇਹ ਹਉਮੈ ਦੀ ਸਿਆਣਪ ਨੂੰ ਸਿਰਫ ਤੇ ਸਿਰਫ ਇੱਕ ਨਾਮ ਕੱਢ ਸਕਦਾ ਹੈ। ਨਾਮ ਦਾ ਹਉਮੈ ਨਾਲ ਵਿਰੋਧ ਹੁੰਦਾ ਹੈ। ਜਿਵੇਂ ਜਿਵੇਂ ਨਾਮ ਦੀ ਆਵਾਜ਼ ਦੇ ਵਿੱਚ ਧਿਆਨ ਕਰਕੇ ਅਸੀਂ ਜਪਦੇ ਜਾਂਦੇ ਹਾਂ, ਹਉਮੈ ਖਤਮ ਹੁੰਦੀ ਜਾਂਦੀ। ਮਹਾਰਾਜ ਕਹਿੰਦੇ ਸੁਖ ਨਾਹੀ ਪੁਨ ਦੁਵੈ ਧੀਐ। ਹੋਰ ਕਿਸੇ ਦੇ ਕੋਲ ਸੁਖ ਨਹੀਂ, ਚਾਹੇ ਪੱਥਰਾਂ ਦੀ ਪੂਜਾ ਕਰ ਲਓ, ਬੜੀਆਂ ਮਸਾਣੀਆਂ ਕੋਲ ਚਲੇ ਜਾਓ, ਗੁਰੂ ਦਾ ਸਤਿਗੁਰ ਦਾ ਪ੍ਰਕਾਸ਼ ਦਾ ਆਸਰਾ ਛੱਡ ਕੇ, ਨਿਰੰਕਾਰ ਦੀ ਭਗਤੀ ਛੱਡ ਕੇ ਜਿੰਨੀ ਮਰਜ਼ੀ ਅਕਾਲਾਂ ਦੀ ਭਗਤੀ ਕਰੀ ਜਾਓ, ਹਮਾਰੇ ਸੱਚੇ ਪਾਤਸ਼ਾਹ ਕਹਿੰਦੇ ਕਿਤੇ ਵੀ ਸੁਖ ਨਹੀਂ ਮਿਲੇਗਾ। ਸੁਖ ਮਿਲੇਗਾ ਤਾਂ ਉਸ ਅਕਾਲ ਪੁਰਖ ਦੇ ਘਰ ਦੇ ਵਿੱਚ ਮਿਲੇਗਾ, ਉਸ ਨਾਮ ਸ਼ਬਦ ਦੇ ਚਰਨਾਂ ਦੇ ਵਿੱਚ ਮਿਲੇਗਾ। ਮਹਾਰਾਜ ਕਹਿੰਦੇ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਬੜਾ ਇਨਸਾਨ ਨਾ ਜਾਈ, ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਜਾਈ। ਬੜੀਆਂ ਮਸਾਣੀਆਂ ਦੇ ਵਿੱਚ ਜਾਣਾ, ਧਾਗੇ ਤਵੀਤਾਂ ਦੇ ਵਿੱਚ, ਜੰਤਰ ਮੰਤਰ ਤੰਤਰਾਂ ਦੇ ਆਸਰੇ ਲੈਣੇ, ਪੱਥਰਾਂ ਦੀ ਪੂਜਾ ਕਰਨੀ, ਜਾਨਵਰਾਂ ਦੀ ਪੂਜਾ ਕਰਨੀ, ਰੁੱਖਾਂ ਬਿਰਖਾਂ ਦੀ ਪੂਜਾ ਕਰਨੀ, ਇਹ ਸਭ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਵਜਲ ਦੇ ਵਿੱਚ, ਇਹ ਕਾਲ ਦੇ ਜਾਲ ਨੇ, ਇਹ ਤੁਹਾਨੂੰ ਜੁਗਨਾਂ ਦੇ ਵਿੱਚ ਲੈ ਜਾਣਗੇ। ਆਪੇ ਬਖਸ਼ ਦੇ ਪ੍ਰਭ ਸਾਚਾ, ਆਪੇ ਬਖਸ਼ ਬਿਨਾ ਵੰਡਿਆ। ਸੱਚੇ ਪਾਤਸ਼ਾਹ ਕਹਿੰਦੇ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ। ਇਸ ਮਨ ਨੂੰ ਜਦੋਂ ਬਖਸ਼ਿਆ ਜਾਣਾ ਹੈ, ਇਸ ਮਨ ਦੀ ਜਦੋਂ ਖਲਾਸੀ ਕੀਤੀ ਜਾਣੀ ਹੈ, ਉਹ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਆ ਕੇ ਹੋਣੀ, ਉਹ ਵੀ ਸਿਰਫ ਬਖਸ਼ ਸਕਦਾ ਹੈ। ਉਹਦੇ ਤੋਂ ਬਿਨਾਂ ਇਸ ਸੰਸਾਰ ਦਾ ਕੋਈ ਦੂਸਰਾ ਕੋਈ ਕਿਸੇ ਕੋ ਰਾਜ ਨਹੀਂ, ਉਹ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸ਼ਬਦ ਦੇ ਵਿਚਾਰ ਕੇ ਝੂਠੇ ਕਰਤ ਦਿਵਾ। ਇਸ ਸੰਸਾਰ ਦਾ ਰਾਜਾ ਇੱਕ ਹੀ ਹੈ, ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਆਪ ਨੇ। ਤੇ ਅਸੀਂ ਜੇਕਰ ਸੰਸਾਰੀ ਵਡਿਆਈਆਂ ਦੇ ਵਿੱਚ ਆਣ ਕੇ ਕਹੀਏ ਵੀ ਸਾਡੇ ਕੋਲ ਕੋਈ ਵੱਖਰੇ ਤਰ੍ਹਾਂ ਦੇ ਕਰਮ ਨੇ ਜਾਂ ਕੋਈ ਸਾਡੀ ਸੂਝ ਬੂਝ ਹੈ, ਮਹਾਰਾਜ ਕਹਿੰਦੇ ਨਹੀਂ, ਕਹਿੰਦੇ ਜਦੋਂ ਉਹ ਬਖਸ਼ਦਾ ਹੈ, ਆਪ ਬਖਸ਼ਦਾ ਹੈ ਤੇ ਕਿਹਨਾਂ ਨੂੰ ਬਖਸ਼ਦਾ ਹੈ, ਜੋ ਆਪ ਦੇ ਵਿਚਾਰ ਛੱਡ ਕੇ ਉਸ ਦੀ ਸ਼ਰਨ ਵਿੱਚ ਜਾ ਕੇ ਉਸ ਦੇ ਅੱਗੇ ਸਮਰਪਣ ਕਰ ਦਿੰਦੇ ਨੇ। ਜਿਨ੍ਹਾਂ ਬਾਰੇ ਮਹਾਰਾਜ ਕਹਿੰਦੇ ਨੇ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਵਾਹੀ ਗਹੀ ਕੀ ਨਾ ਜਸ ਗੋਬਿੰਦ ਦਾਸ। ਮਹਾਰਾਜ ਕਹਿੰਦੇ ਜਿਹੜੇ ਸਾਰੇ ਦੁਆਰਿਆਂ ਨੂੰ ਛੱਡ ਦਿੰਦੇ, ਬਾਹਰ ਸੰਸਾਰੀ ਦੁਆਰਿਆਂ ਨੂੰ ਵੀ ਤੇ ਆ ਸਰੀਰ ਦੇ ਵੀ 9 ਦਰਵਾਜ਼ਿਆਂ ਨੂੰ ਛੱਡ ਦਿੰਦੇ ਨੇ, ਕਿਉਂਕਿ 9 ਦਰ ਦੇਖ ਜੋ ਕੰਮ ਨਾ ਪੂਰੀ। ਇਹ 9 ਦਰਾਂ ਦੇ ਵਿੱਚ ਵੀ ਸਾਨੂੰ ਭੁਲੇਖੇ ਪਾਏ ਜਾਂਦੇ ਆ। 2 ਨੇਤਰ, 2 ਕੰਨ, ਨਾਸਕਾ, ਮੁਖ, ਮਨ, ਬੁੱਧ, ਇੰਦਰੀਆਂ, ਇਹਨਾਂ ਦੇ ਰਸ ਦੇ ਵਿੱਚ ਪਾ ਕੇ ਵੀ ਸਾਨੂੰ ਇਹ ਪੰਜੇ ਦੂਤ ਬੁਲਾ ਦਿੰਦੇ। ਇਹ ਸਾਰੇ ਦੁਆਰੇ ਛੱਡ ਕੇ ਉਸ ਸਹਿਜ ਦੇ ਦੁਆਰੇ ਵਿੱਚ ਚਲੇ ਜਾਓ, ਜਿੱਥੇ ਲਗਾਤਾਰ ਮਹਾਰਾਜ ਕਹਿੰਦੇ ਨੇ ਸੁੰਦ ਸਮਾਦ ਅਨਹਤ ਤਹਿਨਾਦ ਕਹਿਣ ਨਾ ਜਾਈ ਅਚਰਜ ਵਿਸ਼ਨੂੰ। ਜਿੱਥੇ ਲਗਾਤਾਰ ਉਹ ਅਨਹਤ ਨਾਦ ਦੇ ਵਾਜੇ ਵੱਜਦੇ, ਜਿੱਥੇ ਲਗਾਤਾਰ ਉਹ ਅਚਰਜ ਵਿਸ਼ਨਾਦ ਹੈ, ਉਸ ਦੁਆਰੇ ਵਿੱਚ ਚਲੇ ਜਾਓ, ਉੱਥੇ ਤੁਹਾਨੂੰ ਆਪਣੇ ਆਪ ਬਖਸ਼ ਦੇਵੇਗਾ। ਗੁਰਮੁਖ ਅੰਤਰ ਸਹਿਜ ਹੈ, ਮਨ ਜਿਹੜਾ ਦਸਵੇਂ ਆਕਾਸ਼ ਸਥਿਤ ਹੈ, ਪੂਰਨ ਭੋਗ ਹੈ, ਹਰ ਮਨੁੱਖ ਨਾਮ ਸਿਵਾ, ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਪ੍ਰਾਪਤ। ਅੱਗੇ ਵਚਨ ਕਰਦੇ ਆ, ਆਪੇ ਕਰੇ ਤੈ ਆਪ ਕਰਾਏ, ਪੂਰੇ ਗੁਰ ਕੇ ਸ਼ਬਦ ਮਿਲਾਏ। ਜਦੋਂ ਅਸੀਂ ਮੂਲ ਮੰਤਰ ਸਾਹਿਬ ਸੱਚੇ ਪਾਤਸ਼ਾਹ ਦੀ ਵੀ ਬਾਣੀ ਨੂੰ ਪੜ੍ਹਦੇ ਹਾਂ, ਮੂਲ ਮੰਤਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਅਕਾਲ ਪੁਰਖ ਦੀ ਵਿਸ਼ੇਸ਼ਤਾ ਦੱਸੀ। ਵਚਨ ਕਰਦੇ ਨੇ ਅਜੂਨੀ ਸਹਿਬਪਨ। ਸਹਿਬਪਨ ਤੋਂ ਭਾਵ ਹੈ ਉਹ ਆਪ ਦੇ ਆਪ ਨੂੰ ਆਪ ਚਲਾ ਰਹੇ, ਉਹਨਾਂ ਦਾ ਆਪ ਦਾ ਰਾਜ ਹੈ, ਨਾਮ ਦਾ ਰਾਜ ਵੀ ਉਹਨਾਂ ਦੇ ਕੋਲ ਹੈ, ਮਾਇਆ ਦਾ ਰਾਜ ਵੀ ਉਹਨਾਂ ਦੇ ਕੋਲ ਹੈ।
सब को बाहर हुक्म ना कोई, नानक मैं जी बुझे ताहू मैं। महाराज कहते खेड सारी हुक्म की चलती पई, पर हुक्म की खेड को को बिरले बुझते ने, जिहड़े बुझ लेंदे उन्हां नूं पूरे शब्द के नाल जुड़ के आप के स्वरूप के नाल मिला देता है। और जिन्हां ने खेड नहीं बुझी वो हजे ज्ञान कथा कहानियां व्याकरण साहित्य इहदे विच ही तुरे फिरदे। असीं बाणी पढ़नी सी, कथा विचार सुननी सी, इतिहास सुनना सी, फिर उसका मूल लभना सी कि साडे इतिहास दे विच लखां शहीदियां होईयां, साडे इतिहास दे विच गुरमुखां ने सीस तली ते रखे, बंद कटाए, इतिहास दे विच एक जीव 1.25 लाख दे नाल लड़िया। महाराज सच्चे पातशाह ने चारे वर्णां नूं एक करके उपदेश दिता। वो किहड़ी कला सी जिस कला के आधार ते सीस तली ते रखा जाता, वो किहड़ी कला सी जिहदे नाल बंद कटाया जाता है और देख के अनगिनत किया जाता। वो किहड़ी कला सी जिस कला नूं सुणदे ही चारे वर्ण इकट्ठे हो गए, चारे वर्ण इकट्ठे हो गए। तो महाराज सच्चे पातशाह कहते जो इस खेल को समझ जाते हैं, वो नाम की कला है। जिस जीव के पास नाम है वो सीस तली ते भी तक सकता है। जिसके को नाम का खजाना है, 9 निधियां 18 सदियां उसकी सेवा करती। जिसके को एक नाम का खजाना है, वो जात मजमा तो वर्णा तो ऊपर उठ के अकाल पुरख की इज्जत करता है। उसकी सब साझी बातों के ज्ञान को सुनने लिए चारे वर्ण इकट्ठे हो जाते हैं। वचन फिर अखीर में कहते हैं, नानक नाम मिले वडियाई, आपे मेल मिला बड़िया। हुण अखीर दे विच आके जो महाराज सच्चे पातशाह ने तत् सार दिता है, वचन किया है, वो कहते हैं भी गुरु नानक साहब सच्चे पातशाह वचन करते गुरु अमरदास महाराज के नाम तो बिना जिहड़ी है वो वडियाई किसी जीव नूं नहीं दित्ती जाती। संसार दे विच स्वासां दा धन भोगदियां होइयां जो वडभागे जीव ने ਉਹਦਾ नाल नाम की कमाई करी जाते हैं, नाम का खजाना खुल लेते हैं। इस देह के विचों नाम दी कहानियां बुझ लेते हैं। और जिहड़े जीवां नूं नाम का भेद नहीं, वो इत्थों दे माया के जाल दे विच विचरते रहंदे हैं अते उन्हां दे मन नूं दुखी बनाते। सो आप जी दे नाल इस तरह गुरबाणी गुरु सच्चे पातशाह जी के शब्द की सांझ पाउंदे हुए प्रचार करते हुए अनेक प्रकार की गलतियां अखर वादे करके भुल चुक होगी संगत अति गुरु को संजोग ने बहुत बहुत धन्यवाद है। हेड ग्रंथी भाई साहब भाई चित्र सिंह जी का, उन्होंने सहयोगियों का, गुरुद्वारा साहब की प्रबंधक कमेटी का, जिन्होंने ये बड़ा मुला समा बख्श के नाम सच की विचार करने लिए सानू इस पवित्र स्थान में पर समा दिता है। सो इन्हें वचन करते हैं, नाम की वडियाई करते हैं, विचार करते हैं, वादा करता होगा भविष्य गुरु को संजोग बख्श देना जी। वाहिगुरू जी का खालसा, वाहिगुरू जी